ਅੱਜ ਆਓ ਅਸੀਂ ਯੂਨਾ ਅਤੇ ਯਹੋਸ਼ੂਆ ਸਿਰਲੇਖ ਉਪਦੇਸ਼ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਯੋਨਾ ਅਤੇ ਯਹੋਸ਼ੂ ਵਿੱਚ ਕੀ ਇੱਕੋ ਜਿਹਾ ਹੈ? ਜੇਕਰ ਕੋਈ ਆਮ ਕੀਵਰਡ ਹੈ ਤਾਂ ਇਹ ਹਿੰਮਤ ਹੋਵੇਗੀ। ਯੋਨਾ ਹਿੰਮਤੀ ਸੀ, ਪਰ ਇੱਕ ਵਾਰ ਉਸਨੇ ਆਪਣੀ ਹਿੰਮਤ ਗਵਾ ਦਿੱਤੀ ਅਤੇ ਉਸ ਮਿਸ਼ਨ ਤੋਂ ਭੱਜ ਗਿਆ ਜੋ ਪਰਮੇਸ਼ਵਰ ਨੇ ਉਸ ਨੂੰ ਦਿੱਤਾ ਸੀ। ਯਹੋਸ਼ੂਆ ਬਾਰੇ ਕੀ? ਕਨਾਨ ਨੂੰ ਜਿੱਤਣ ਵੇਲੇ ਯਹੋਸ਼ੂਆ ਲਈ ਪਰਮੇਸ਼ਵਰ ਨੇ ਕਿਸ ਗੱਲ ਉੱਤੇ ਜ਼ੋਰ ਦਿੱਤਾ? ਪਰਮੇਸ਼ਵਰ ਨੇ ਹਮੇਸ਼ਾ ਕਿਹਾ, ਹਿੰਮਤ ਰੱਖੋ, ਕਿਉਂਕਿ ਸਾਡੇ ਕੋਲ ਸਵਰਗ ਦੇ ਰਾਜ ਸਵਰਗੀ ਕਨਾਨ ਵਿੱਚ ਪ੍ਰਵੇਸ਼ ਕਰਨ ਲਈ ਹਿੰਮਤ ਹੋਣੀ ਚਾਹੀਦੀ ਹੈ। ਇਸ ਲਈ ਪਰਮੇਸ਼ਵਰ ਬਾਰ-ਬਾਰ ਕਹਿੰਦੇ ਹਨ, ਹਿੰਮਤ ਰੱਖੋ। ਆਓ ਅਸੀਂ ਇਹ ਯਾਦ ਰੱਖਦੇ ਹੋਏ ਕਿ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਵੀ ਇਹ ਵੱਖਰਾ ਨਹੀਂ ਹੈ, ਪਰਮੇਸ਼ਵਰ ਦੇ ਵਚਨ ਨੂੰ ਉਕਾਰੀ ਕਰੀਏ। ਯੋਨਾ ਦਾ ਦਿਲ ਡਰਪੋਕ ਸੀ, ਪਰ ਬਾਅਦ ਵਿੱਚ ਉਹ ਹਿੰਮਤੀ ਬਣ ਗਿਆ ਅਤੇ ਯਹੋਸ਼ੂਆ ਦਲੇਰੀ ਦਾ ਪ੍ਰਤੀਨਿਧ ਹੈ। ਆਓ ਅਸੀਂ ਹਿੰਮਤ ਨਾਲ ਹੋਏ ਚਮਤਕਾਰੀ ਕੰਮ ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਯਹੋਸ਼ੂਆ ਦੀ ਕਿਤਾਬ ਅਧਿਆਇ 1 ਵਚਨ 2 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 1 ਵਚਨ 2, ਕਿ ਮੇਰਾ ਦਾਸ ਮੂਸਾ ਮਰ ਗਿਆ ਹੈ, ਹੁਣ ਤੂੰ ਉੱਠ ਅਤੇ ਇਸ ਯਰਦਨ ਦੇ ਪਾਰ ਲੰਘ, ਤੂੰ ਅਤੇ ਇਹ ਸਾਰੇ ਲੋਕ ਉਸ ਦੇਸ਼ ਨੂੰ ਜਾਓ ਜਿਹੜਾ ਮੈਂ ਉਹਨਾਂ ਨੂੰ ਅਰਥਾਤ ਇਜ਼ਰਾਈਲੀਆਂ ਨੂੰ ਦਿੰਦਾ ਹਾਂ। ਸਾਰਾ ਥਾਂ ਜਿੱਥੇ ਤੇਰੇ ਪੈਰ ਦੀ ਤਲੀ ਰੱਖੀ ਜਾਵੇ ਉਹ ਸਭ ਮੈਂ ਤੁਹਾਨੂੰ ਦਿੱਤਾ, ਜਿਵੇਂ ਮੈਂ ਮੂਸਾ ਨਾਲ ਬਚਨ ਕੀਤਾ ਸੀ। ਉਜਾੜ ਅਤੇ ਇਸ ਲਬਾਨੋਨ ਤੋਂ ਲੈ ਕੇ ਵੱਡੀ ਨਦੀ ਤੀਕ ਜੋ ਫਰਾਤ ਦੀ ਨਦੀ ਹੈ, ਹਿੱਤੀਆਂ ਦਾ ਸਾਰਾ ਦੇਸ਼, ਸੂਰਜ ਦੇ ਲੈਣ ਦੇ ਪਾਸੇ ਵੱਡੇ ਸਮੁੰਦਰ ਤੀਕ ਤੁਹਾਡੀ ਹੱਦ ਹੋਵੇਗੀ। ਕੋਈ ਮਨੁੱਖ ਤੇਰੇ ਸਾਹਮਣੇ ਭਾਵ ਤੁਹਾਡੇ ਖਿਲਾਫ ਨਾ ਅਕੜੇਗਾ। ਜਿਵੇਂ ਮੈਂ ਮੂਸਾ ਦੇ ਸੰਗ ਰਿਹਾ ਤਿਵੇਂ ਤੇਰੇ ਸੰਗ ਵੀ ਰਹਾਂਗਾ। ਮੈਂ ਤੈਨੂੰ ਨਹੀਂ ਛੱਡਾਂਗਾ ਤੇ ਨਾ ਤੈਨੂੰ ਤਿਆਗਾਂਗਾ। ਤਕੜਾ ਹੋ ਅਤੇ ਪਰਮੇਸ਼ਵਰ ਨੇ ਉਸ ਨੂੰ ਕੀ ਰੱਖਣ ਲਈ ਕਿਹਾ? ਹੌਸਲਾ ਰੱਖ। ਇਸੇ ਉੱਤੇ ਪਰਮੇਸ਼ਵਰ ਜ਼ੋਰ ਦਿੰਦੇ ਰਹੇ ਹਨ। ਜਦੋਂ ਕਨਾਨ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸੀ ਤਾਂ ਪਰਮੇਸ਼ਵਰ ਨੇ ਯਹੋਸ਼ੂਆ ਨੂੰ ਜ਼ੋਰ ਦੇ ਕੇ ਕਿਹਾ, ਤਕੜਾ ਹੋ ਅਤੇ ਹੌਸਲਾ ਰੱਖ। ਤਕੜਾ ਹੋ ਅਤੇ ਹੌਸਲਾ ਰੱਖ, ਕਿਉਂ ਜੋ ਇਹ ਦੇਸ਼ ਜਿਹਦੀ ਮੈਂ ਇਹਨਾਂ ਦੇ ਪਿਓ ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਹੈ, ਤੂੰ ਇਹਨਾਂ ਲੋਕਾਂ ਨੂੰ ਮਿਲਖਲੀ ਦਵਾਵੇਂਗਾ। ਵਚਨ 7, ਤੂੰ ਨਿਰਾ ਤਕੜਾ ਹੋ। ਪਰਮੇਸ਼ਵਰ ਨੇ ਉਸ ਨੂੰ ਕੀ ਹੋਣ ਲਈ ਕਿਹਾ? ਹੌਸਲਾ ਰੱਖ ਕੇ ਜਿਵੇਂ ਹੀ ਅਗਲਾ ਵਚਨ ਸ਼ੁਰੂ ਹੁੰਦਾ ਹੈ, ਪਰਮੇਸ਼ਵਰ ਇੱਕ ਵਾਰ ਫਿਰ ਹਿੰਮਤ ਤੇ ਜ਼ੋਰ ਦਿੰਦੇ ਹਨ। ਫਿਰ ਪਰਮੇਸ਼ਵਰ ਇੱਥੇ ਕਿਸ ਤਰ੍ਹਾਂ ਦੀ ਹਿੰਮਤ ਚਾਹੁੰਦੇ ਸੀ? ਪਰਮੇਸ਼ਵਰ ਨੇ ਕਿਹਾ, ਬਹੁਤ ਹੌਸਲਾ ਰੱਖ, ਤਾਂ ਜੋ ਉਸ ਸਾਰੀ ਵਿਵਸਥਾ ਅਨੁਸਾਰ ਜਿਸ ਦਾ ਮੇਰੇ ਦਾਸ ਮੂਸਾ ਨੇ ਤੈਨੂੰ ਹੁਕਮ ਦਿੱਤਾ ਹੈ ਪਾਲਣਾ ਕਰਕੇ ਪੂਰਾ ਕਰੋ। ਉਸ ਤੋਂ ਸੱਜੇ ਅਥਵਾ ਖੱਬੇ ਨਾ ਮੁੜੋ, ਤਾਂ ਜੋ ਤੂੰ ਜਿੱਥੇ ਜਾਵੇਂ ਤੇਰਾ ਬੋਲ ਬਾਲਾ ਹੋਵੇ। ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ, ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ, ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤੇ ਉਸ ਨੂੰ ਪੂਰਾ ਕਰੇ। ਤਾਂ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਤੇ ਤੇਰਾ ਬੋਲ ਬਾਲਾ ਹੋਵੇਗਾ। ਕਿ ਮੈਂ ਤੈਨੂੰ ਹੁਕਮ ਨਹੀਂ ਦਿੱਤਾ, ਭਈ ਤਕੜਾ ਹੋ ਅਤੇ ਹੌਸਲਾ ਰੱਖ, ਨਾ ਕੰਬ। ਅਤੇ ਪਰਮੇਸ਼ਵਰ ਨੇ ਉਸ ਨੂੰ ਫਿਰ ਤੋਂ ਕੀ ਕਿਹਾ? ਨਾ ਘਬਰ, ਕਿਉਂ ਜੋ ਯਹੋਵਾ ਤੇਰਾ ਪਰਮੇਸ਼ਵਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ। ਯਹੋਸ਼ੂਆ ਅਤੇ ਇਜ਼ਰਾਈਲੀਆਂ ਦੇ ਕਨਾਨ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਪਰਮੇਸ਼ਵਰ ਨੇ ਯਹੋਸ਼ੂਆ ਨੂੰ ਜ਼ੋਰ ਦੇ ਕੇ ਕਿਹਾ, ਤਗੜਾ ਹੋ। ਜਦੋਂ ਉਹਨਾਂ ਨੇ ਯਰੀਹੋ ਨੂੰ ਵਿਸ਼ਵਾਸ ਦੀਆਂ ਨਜ਼ਰਾਂ ਨਾਲ ਨਹੀਂ ਪਰ ਸਰੀਰਕ ਦ੍ਰਿਸ਼ਟੀਕੋਣ ਨਾਲ ਦੇਖਿਆ ਤਾਂ ਇਹ ਬਹੁਤ ਮਜ਼ਬੂਤ ਕਿਲਾ ਸੀ। ਉਸ ਤੋਂ ਇਲਾਵਾ ਯਰੀਹੋ ਵਿੱਚ ਰਹਿਣ ਵਾਲੇ ਲੋਕ ਦੈਂਤ ਸੀ। ਇਜ਼ਰਾਈਲੀਆਂ ਦੀ ਤੁਲਨਾ ਵਿੱਚ ਕੱਦ ਵਿੱਚ ਬਹੁਤ ਫਰਕ ਸੀ।
ਇਸ ਗੱਲ ਦੀ ਚਿੰਤਾ ਕਰਦੇ ਹੋਏ ਕਿ ਯਹੋਸ਼ੂਆ ਵਿਸ਼ਵਾਸ ਦੀਆਂ ਅੱਖਾਂ ਗਵਾ ਦੇਵੇਗਾ, ਪਰਮੇਸ਼ਵਰ ਨੇ ਉਸ ਨੂੰ ਵਿਸ਼ਵਾਸ ਰੱਖਣ ਲਈ ਉਤਸ਼ਾਹਿਤ ਕੀਤਾ। ਯਹੋਸ਼ੂਆ ਦਾ ਵਿਸ਼ਵਾਸ ਕਿੰਨਾ ਮਹਾਨ ਸੀ। ਉਹ ਉਹੀ ਸੀ ਜਿਸ ਨੇ ਕਿਹਾ ਸੀ, ਉਹ ਸਾਡੀ ਰੋਟੀ ਹੋਣਗੇ। ਹਾਲਾਂਕਿ ਜਦੋਂ ਉਹ ਯਰੀਹੋ ਪਹੁੰਚਿਆ ਤਾਂ ਪਰਮੇਸ਼ਵਰ ਨੇ ਬਾਰ-ਬਾਰ ਹਿੰਮਤ ਤੇ ਜ਼ੋਰ ਦਿੱਤਾ, ਤਕੜਾ ਹੋ, ਕੰਬ ਨਾ ਅਤੇ ਨਾ ਘਾਬਰ, ਕਿਉਂ ਜੋ ਯਹੋਵਾ ਤੇਰਾ ਪਰਮੇਸ਼ਵਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ। ਜਦ ਕਿ ਅਸੀਂ ਖੁਸ਼ਖਬਰੀ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰ ਰਹੇ ਹਾਂ, ਅਸੀਂ ਕਹਿ ਸਕਦੇ ਹਾਂ ਕਿ ਡਰ ਸਾਡੀ ਖੁਸ਼ਖਬਰੀ ਲਈ ਇੱਕ ਵੱਡੀ ਠੋਕਰ ਬਣ ਸਕਦਾ ਹੈ। ਦੂਜੇ ਸ਼ਬਦਾਂ ਵਿੱਚ, ਜਦੋਂ ਤੱਕ ਅਸੀਂ ਆਪਣੀਆਂ ਸਰੀਰਕ ਅੱਖਾਂ ਨੂੰ ਵਿਸ਼ਵਾਸ ਦੀਆਂ ਅੱਖਾਂ ਵਿੱਚ ਨਹੀਂ ਬਦਲਦੇ, ਅਸੀਂ ਪਰਮੇਸ਼ਵਰ ਦੀ ਖੁਸ਼ਖਬਰੀ ਦੇ ਕੰਮ ਵਿੱਚ ਹਿੱਸਾ ਨਹੀਂ ਲੈ ਸਕਦੇ, ਹੈ ਨਾ? ਇਸ ਲਈ ਪਰਮੇਸ਼ਵਰ ਨੇ ਯਹੋਸ਼ੂਆ ਨੂੰ ਹਿੰਮਤ ਦਿੱਤੀ ਅਤੇ ਉਸ ਨੂੰ ਕਨਾਨ ਦੇਸ਼ ਲੈਣ ਦਿੱਤਾ, ਜਿੱਥੇ ਦੁੱਧ ਅਤੇ ਸ਼ਹਿਦ ਦੀ ਧਾਰਾ ਵਗਦੀ ਹੈ। ਅਸੀਂ ਯੋਨਾ ਦੇ ਇਤਿਹਾਸ ਵਿੱਚ ਹਿੰਮਤ ਦਾ ਅਜਿਹਾ ਕੰਮ ਪਾ ਸਕਦੇ ਹਾਂ। ਆਓ ਅਸੀਂ ਯੋਨਾ ਦੀ ਕਿਤਾਬ ਅਧਿਆਇ 1 ਉੱਤੇ ਇੱਕ ਨਜ਼ਰ ਪਾਈਏ। ਯੋਨਾ ਅਧਿਆਇ 1 ਵਚਨ 1। ਯੋਨਾ ਅਧਿਆਇ 1 ਵਚਨ 1 ਵਿੱਚ ਲਿਖਿਆ ਹੈ, ਯਹੋਵਾ ਦੀ ਬਾਣੀ ਅਮਿਤਈ ਦੇ ਪੁੱਤਰ ਯੋਨਾ ਨੂੰ ਆਈ ਕਿ ਉੱਠ, ਉਸ ਵੱਡੇ ਸ਼ਹਿਰ ਨੀਨਵਾ ਨੂੰ ਜਾ ਅਤੇ ਉਸ ਦੇ ਵਿਰੁੱਧ ਪੁਕਾਰ, ਕਿਉਂ ਜੋ ਉਹਨਾਂ ਦੀ ਬੁਰੀਆਈ ਮੇਰੇ ਸਨਮੁਖ ਉਤਾਂਹ ਆਈ ਹੈ। ਪਰ ਯੋਨਾ, ਉਸਨੇ ਕੀ ਕੀਤਾ? ਉਹ ਯਹੋਵਾ ਦੇ ਹਜ਼ੂਰੋਂ ਤਰਸ਼ੀਸ਼ ਨੂੰ ਭੱਜਣ ਲਈ ਉੱਠਿਆ। ਆਓ ਅਸੀਂ ਇਸ ਬਾਰੇ ਸੋਚੀਏ। ਨੀਨਵਾ ਅਸ਼ੂਰ ਦੀ ਰਾਜਧਾਨੀ ਸੀ। ਅਸ਼ੂਰ ਇਜ਼ਰਾਈਲ ਦਾ ਦੁਸ਼ਮਣ ਸੀ। ਇਸ ਤੋਂ ਇਲਾਵਾ ਉਹਨਾਂ ਦੇ ਵੱਖੋ ਵੱਖਰੇ ਧਰਮ ਸੀ। ਉਹ ਪਰਾਏ ਦੇਵਤਿਆਂ ਦੀ ਉਪਾਸਨਾ ਕਰਦੇ ਸੀ ਅਤੇ ਇਜ਼ਰਾਈਲ ਦੇ ਲੋਕ ਪਰਮੇਸ਼ਵਰ ਯਹੋਵਾ ਦੀ ਉਪਾਸਨਾ ਕਰਦੇ ਸੀ। ਪਰ ਪਰਮੇਸ਼ਵਰ ਨੇ ਯੋਨਾ ਨੂੰ ਨੀਨਵੇ ਜਾਣ ਲਈ ਕਿਹਾ। ਪਰਮੇਸ਼ਵਰ ਨੇ ਉਸ ਨੂੰ ਕੀ ਪ੍ਰਚਾਰ ਕਰਨ ਲਈ ਕਿਹਾ? 40 ਦਿਨਾਂ ਬਾਅਦ ਨੀਨਵਾ ਉਜਾੜ ਦਿੱਤਾ ਜਾਵੇਗਾ। ਦੂਜੇ ਸ਼ਬਦਾਂ ਵਿੱਚ ਪਰਮੇਸ਼ਵਰ ਨੇ ਉਸ ਨੂੰ ਪ੍ਰਚਾਰ ਕਰਨ ਲਈ ਕਿਹਾ, ਤੁਸੀਂ ਜਲਦੀ ਹੀ ਤਬਾਹ ਹੋ ਜਾਓਗੇ। ਯੋਨਾ ਲਈ ਇਹ ਮਿਸ਼ਨ ਬਹੁਤ ਔਖਾ ਸੀ। ਦੁਸ਼ਮਣ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਰੌਲਾ ਪਾਉਣਾ ਆਸਾਨ ਨਹੀਂ ਹੈ। ਨਾਲੇ ਉਹ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਨਹੀਂ, ਪਰ ਵਿਨਾਸ਼ ਦੀ ਖਬਰ ਦੇਣ ਜਾ ਰਿਹਾ ਸੀ। ਇਸ ਲਈ ਉਹ ਹਿੰਮਤ ਨਹੀਂ ਜੁਟਾ ਸਕਿਆ। ਉਹ ਪਰਮੇਸ਼ਵਰ ਤੋਂ ਦੂਰ ਤਰਸ਼ੀਸ਼ ਭੱਜ ਗਿਆ। ਉਹ ਯਾਫਾ ਵੱਲ ਉਤਰ ਗਿਆ ਅਤੇ ਉੱਥੇ ਇੱਕ ਜਹਾਜ਼ ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ, ਉਹਨੂੰ ਲੱਭ ਪਿਆ। ਤਦ ਉਸ ਦਾ ਭਾੜਾ ਦੇ ਕੇ ਉਹ ਉਸ ਉੱਤੇ ਚੜਿਆ, ਪਰ ਯਹੋਵਾ ਦੇ ਹਜ਼ੂਰੋਂ ਉਹਨਾਂ ਦੇ ਨਾਲ ਤਰਸ਼ੀਸ਼ ਨੂੰ ਜਾਵੇ। ਪਰ ਯਹੋਵਾ ਨੇ ਸਮੁੰਦਰ ਉੱਤੇ ਇੱਕ ਵੱਡੀ ਹਨੇਰੀ ਵਗਾ ਦਿੱਤੀ ਅਤੇ ਸਮੁੰਦਰ ਵਿੱਚ ਵੱਡਾ ਤੂਫਾਨ ਸੀ, ਇਹੋ ਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ। ਤਦ ਮੱਲਾਹ ਡਰ ਗਏ ਅਤੇ ਹਰੇਕ ਆਪੋ ਆਪਣੇ ਦੇਵ ਦੇ ਅੱਗੇ ਦੁਹਾਈ ਦੇਣ ਲੱਗਾ। ਉਹਨਾਂ ਨੇ ਉਸ ਮਾਲ ਮਤਾ ਨੂੰ ਜੋ ਜਹਾਜ਼ ਵਿੱਚ ਸੀ ਸਮੁੰਦਰ ਵਿੱਚ ਸੁੱਟ ਦਿੱਤਾ ਤਾਂ ਜੋ ਉਸ ਨੂੰ ਹੌਲਾ ਕਰ ਦੇਣ। ਪਰ ਯੋਨਾ ਜਹਾਜ਼ ਦੇ ਹੇਠਲੇ ਥਾਂ ਲੈ ਕੇ ਸੁੱਤਾ ਪਿਆ ਸੀ ਤਾਂ ਕਪਤਾਨ ਉਹਦੇ ਕੋਲ ਗਿਆ ਅਤੇ ਉਹਨੂੰ ਆਖਿਆ, ਹੇ ਸੁਣਨ ਵਾਲੇ, ਤੈਨੂੰ ਕੀ ਹੋਇਆ? ਉੱਠ, ਆਪਣੇ ਦੇਵ ਨੂੰ ਪੁਕਾਰ, ਸ਼ਾਇਦ ਉਹ ਦੇਵ ਸਾਨੂੰ ਚੇਤੇ ਕਰੇ ਤਾਂ ਅਸੀਂ ਨਾਸ ਨਾ ਹੋਈਏ। ਤਾਂ ਉਹ ਇੱਕ ਦੂਏ ਨੂੰ ਕਹਿਣ ਲੱਗੇ, ਆਓ ਅਸੀਂ ਗੁਣਾ ਪਾ ਕੇ ਲੱਭੀਏ ਜੋ ਇਹ ਬਿਪਤਾ ਕਿਹਦੇ ਕਾਰਨ ਸਾਡੇ ਉੱਤੇ ਆਣ ਪਈ ਹੈ। ਉਪਰੰਤ ਉਹਨਾਂ ਨੇ ਗੁਣਾ ਪਾਇਆ ਅਤੇ ਗੁਣਾ ਯੋਨਾ ਉੱਤੇ ਪਿਆ। ਨਤੀਜੇ ਵਜੋਂ ਯੋਨਾ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ। 3 ਦਿਨ ਅਤੇ 3 ਰਾਤ ਤੱਕ ਮੱਛੀ ਦੇ ਢਿੱਡ ਵਿੱਚ ਰਹਿਣ ਤੋਂ ਬਾਅਦ ਯੋਨਾ ਨੇ ਪਰਮੇਸ਼ਵਰ ਤੋਂ ਪ੍ਰਾਰਥਨਾ ਕੀਤੀ ਅਤੇ ਉਸ ਵਿੱਚੋਂ ਬਾਹਰ ਨਿਕਲਿਆ। ਉਸ ਸਮੇਂ ਯੋਨਾ ਨੇ ਕੀ ਸੋਚਿਆ? ਉਹ ਮੱਛੀ ਦੇ ਢਿੱਡ ਵਿੱਚ ਮਰੀ ਹੋਈ ਅਵਸਥਾ ਵਾਂਗ ਸੀ। ਇਸ ਤਰ੍ਹਾਂ ਉਸਨੇ ਆਪਣਾ ਮਨ ਪੱਕਾ ਕੀਤਾ, ਮੈਂ ਇੱਕ ਵਾਰ ਮਰ ਗਿਆ ਸੀ, ਇਸ ਲਈ ਹੁਣ ਮੈਂ ਤਕੜਾ ਹੋ ਕੇ ਨੀਨਵਾ ਜਾਵਾਂਗਾ। ਆਓ ਅਸੀਂ ਅਧਿਆਇ 3 ਉੱਤੇ ਜਾਈਏ। ਆਓ ਅਸੀਂ ਉਹਨਾਂ ਹੈਰਾਨੀਜਨਕ ਤਬਦੀਲੀਆਂ ਤੇ ਇੱਕ ਨਜ਼ਰ ਪਾਈਏ ਜੋ ਉਸ ਦੇ ਤਕੜਾ ਬਣਨ ਤੇ ਹੋਏ।
ਅਧਿਆਇ 3 ਵਚਨ 1। ਯਹੋਵਾ ਦੀ ਬਾਣੀ ਦੂਜੀ ਵਾਰੀ ਯੋਨਾ ਨੂੰ ਆਈ ਕਿ ਉੱਠ ਉਸ ਵੱਡੇ ਸ਼ਹਿਰ ਨੀਨਵਾ ਨੂੰ ਜਾ ਅਤੇ ਉਸ ਨੂੰ ਇਸ ਗੱਲ ਦਾ ਪ੍ਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ। ਤਦ ਯੋਨਾ ਯਹੋਵਾ ਦੇ ਆਖੇ ਅਨੁਸਾਰ ਉੱਠ ਕੇ ਨੀਨਵਾ ਨੂੰ ਗਿਆ। ਨੀਨਵਾ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ ਜਿਹਦੇ ਵਿੱਚ ਦਾ ਪੈਂਡਾ 3 ਦਿਨਾਂ ਦਾ ਸੀ। ਸੋ ਯੋਨਾ ਸ਼ਹਿਰ ਵਿੱਚ ਵੜਨ ਲੱਗਾ ਅਤੇ 1 ਦਿਨ ਦਾ ਪੈਂਡਾ ਕੀਤਾ। ਤਦ ਉਹਨੇ ਪੁਕਾਰਿਆ ਅਤੇ ਆਖਿਆ, ਹੋਰ 40 ਦਿਨਾਂ ਨੂੰ ਨੀਨਵਾ ਢਾਇਆ ਜਾਵੇਗਾ। ਯੋਨਾ ਦੁਸ਼ਮਣ ਦੇਸ਼ ਦੀ ਰਾਜਧਾਨੀ ਵਿੱਚ ਰੌਲਾ ਪਾ ਰਿਹਾ ਸੀ, ਜੋ ਵੱਖਰੇ ਧਰਮਾਂ ਦਾ ਪਾਲਨ ਕਰਦੇ ਸੀ ਅਤੇ ਜਿਨ੍ਹਾਂ ਨੇ ਇਜ਼ਰਾਈਲ ਤੇ ਅਤਿਆਚਾਰ ਕੀਤਾ ਸੀ। ਹੁਣ ਕਿਉਂਕਿ ਅਸੀਂ ਲਿਖਤੀ ਪਾਠ ਵਿੱਚ ਬਾਈਬਲ ਪੜ੍ਹਦੇ ਹਾਂ, ਇਸ ਲਈ ਅਸੀਂ ਉਸ ਖਤਰਨਾਕ ਸਥਿਤੀ ਨੂੰ 100% ਮਹਿਸੂਸ ਨਹੀਂ ਕਰ ਸਕਦੇ। ਫਿਰ ਵੀ ਇਹ ਅਜਿਹੀ ਸਥਿਤੀ ਸੀ ਜਿੱਥੇ ਯੋਨਾ ਨੂੰ ਇੱਕ ਬਹੁਤ ਹੀ ਤਕੜੇ ਦਿਲ ਦੀ ਲੋੜ ਸੀ। ਹੋਰ 40 ਦਿਨਾਂ ਨੂੰ ਨੀਨਵਾ ਢਾਇਆ ਜਾਵੇਗਾ। ਵਚਨ 5। ਤਦ ਨੀਨਵੇ ਦੇ ਲੋਕਾਂ ਨੇ ਪਰਮੇਸ਼ਵਰ ਉੱਤੇ ਪ੍ਰਤੀਤ ਕੀਤੀ। ਨੀਨਵਾ ਦੇ ਲੋਕ ਪਰਮੇਸ਼ਵਰ ਤੇ ਵਿਸ਼ਵਾਸ ਨਹੀਂ ਕਰਦੇ ਸੀ। ਭਾਵੇਂ ਉਹ ਦੂਜੇ ਦੇਵਤਿਆਂ ਤੇ ਵਿਸ਼ਵਾਸ ਕਰਦੇ ਸੀ, ਪਰ ਜਦੋਂ ਉਹਨਾਂ ਨੇ ਯੋਨਾ ਦੀ ਹਿੰਮਤੀ ਘੋਸ਼ਣਾ ਸੁਣੀ ਤਾਂ ਉਹਨਾਂ ਨੇ ਤੋਬਾ ਕੀਤੀ। ਸਾਰੇ ਲੋਕੋ, ਪਰਮੇਸ਼ਵਰ ਦਾ ਸਾਨੂੰ ਤਕੜਾ ਹੋਣ ਲਈ ਕਹਿਣ ਦਾ ਇੱਕ ਕਾਰਨ ਹੈ। ਇੱਥੇ ਇਹ ਯੋਨਾ ਦੇ ਸ਼ਬਦ ਨਹੀਂ ਸੀ ਜਿਸ ਨੇ ਨੀਨਵਾ ਦੇ ਲੋਕਾਂ ਨੂੰ ਤੋਬਾ ਕਰਵਾਈ। ਯੋਨਾ ਨੂੰ ਭੇਜਣ ਵਾਲੇ ਪਰਮੇਸ਼ਵਰ ਦੀ ਸ਼ਕਤੀ ਦੇ ਕਾਰਨ ਉਹਨਾਂ ਨੇ ਵਰਤ ਦਾ ਪ੍ਰਚਾਰ ਕੀਤਾ ਅਤੇ ਯੋਨਾ ਦੇ ਸ਼ਬਦਾਂ ਪ੍ਰਤੀ ਆਪਣੇ ਮਨ ਅਤੇ ਕੰਨ ਖੋਲ੍ਹੇ। ਆਓ ਅਸੀਂ ਵਚਨ 5 ਨਾਲ ਜਾਰੀ ਰੱਖੀਏ। ਤਦ ਨੀਨਵਾ ਦੇ ਲੋਕਾਂ ਨੇ ਪਰਮੇਸ਼ਵਰ ਉੱਤੇ ਪ੍ਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ ਅਤੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤੋੜੀ ਉਹਨਾਂ ਨੇ ਤੱਪੜ ਪਾ ਲਏ। ਇਹ ਖਬਰ ਨੀਨਵੇ ਦੇ ਪਾਤਸ਼ਾਹ ਨੂੰ ਅਪੜ ਪਈ ਤਾਂ ਉਹ ਆਪਣੀ ਰਾਜਗੱਦੀ ਤੋਂ ਉੱਠਿਆ, ਆਪਣਾ ਸ਼ਾਹੀ ਜੁੱਬਾ ਲਾ ਸੁੱਟਿਆ ਅਤੇ ਤੱਪੜ ਪਾ ਕੇ ਰਾਖ ਵਿੱਚ ਬੈਠ ਗਿਆ। ਤਾਂ ਉਸਨੇ ਹੋਕਾ ਦਿੱਤਾ ਅਤੇ ਨੀਨਵੇ ਵਿੱਚ ਪ੍ਰਚਾਰ ਕੀਤਾ, ਪਾਤਸ਼ਾਹ ਅਤੇ ਉਸਦੇ ਸਰਦਾਰਾਂ ਦਾ ਫਰਮਾਨ, ਨਾ ਆਦਮੀ ਨਾ ਪਸ਼ੂ ਨਾ ਵੱਗ ਨਾ ਇੱਜੜ ਕੁਝ ਚਖਣ, ਉਹ ਨਾ ਖਾਣ ਨਾ ਪਾਣੀ ਪੀਣ, ਪਰ ਆਦਮੀ ਅਰ ਪਸ਼ੂ ਤੱਪੜਾਂ ਨਾਲ ਢਕੇ ਹੋਏ ਹੋਣ। ਕੀ ਤੱਪੜ ਪਾਉਣਾ ਤੋਬਾ ਕਰਨ ਨੂੰ ਨਹੀਂ ਦਿਖਾਉਂਦਾ? ਆਦਮੀ ਤੱਪੜ ਨਾਲ ਢਕੇ ਹੋਏ ਹੋਣ ਅਤੇ ਪਰਮੇਸ਼ਵਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ। ਸਭ ਕੋਈ ਆਪੋ ਆਪਣੇ ਭੈੜੇ ਰਾਹ ਤੋਂ ਅਤੇ ਆਪੋ ਆਪਣੇ ਜ਼ੁਲਮ ਤੋਂ ਜੋ ਉਹ ਕਰ ਰਹੇ ਹਨ ਮੂੰਹ ਮੋੜਨ, ਕਿ ਜਾਣੀਏ ਜੋ ਪਰਮੇਸ਼ਵਰ ਮੁੜੇ ਅਤੇ ਪਛਤਾਵੇ ਅਤੇ ਆਪਣੇ ਤੱਤੇ ਕ੍ਰੋਧ ਤੋਂ ਹਟੇ, ਭਾਈ ਅਸੀਂ ਨਾਸ਼ ਨਾ ਹੋਈਏ। ਜਦ ਪਰਮੇਸ਼ਵਰ ਨੇ ਉਹਨਾਂ ਦੇ ਕੰਮਾਂ ਨੂੰ ਡਿੱਠਾ ਕਿ ਉਹ ਆਪਣੇ ਭੈੜੇ ਰਾਹ ਤੋਂ ਮੁੜ ਪਏ ਹਨ, ਤਦ ਪਰਮੇਸ਼ਵਰ ਉਸ ਬੁਰਾਈ ਤੋਂ ਪਛਤਾਇਆ ਜੋ ਉਸ ਆਖਿਆ ਸੀ ਕਿ ਉਹ ਉਹਨਾਂ ਨਾਲ ਕਰੇਗਾ ਅਤੇ ਉਸਨੇ ਉਹ ਨਹੀਂ ਕੀਤੀ। ਕਿਰਪਾ ਕਰਕੇ ਇਸ ਬਾਰੇ ਸੋਚੋ। ਯੋਨਾ ਦੁਸ਼ਮਣ ਦੇਸ਼ ਦੀ ਰਾਜਧਾਨੀ ਗਿਆ ਅਤੇ ਬੁਰੀ ਖਬਰ ਦੀ ਘੋਸ਼ਣਾ ਸੁਣਾਈ। 40 ਦਿਨਾਂ ਤੋਂ ਬਾਅਦ ਨੀਨਵਾ ਤਬਾਹ ਕੀਤਾ ਜਾਵੇਗਾ। ਇਹ ਸੱਚਮੁੱਚ ਡਰਾਉਣਾ ਸੀ। ਕਿ ਇਸ ਲਈ ਯੋਨਾ ਪਹਿਲੀ ਵਾਰ ਨਹੀਂ ਡਰ ਗਿਆ ਸੀ ਜਦੋਂ ਪਰਮੇਸ਼ਵਰ ਨੇ ਉਸ ਨੂੰ ਨੀਨਵਾ ਭੇਜਿਆ ਸੀ? ਕਿ ਉਹ ਤਰਸ਼ਿਸ਼ ਨੂੰ ਭੱਜਣ ਲਈ ਜਹਾਜ਼ ਉੱਤੇ ਨਹੀਂ ਚੜ੍ਹਿਆ ਸੀ? ਉਸ ਸਮੇਂ ਯੋਨਾ ਬਹੁਤ ਡਰ ਗਿਆ ਸੀ। ਪਰ ਅਧਿਆਇ 3 ਵਿੱਚ ਯੋਨਾ ਨੇ ਆਪਣਾ ਮਨ ਬਣਾਇਆ, ਕਿਉਂਕਿ ਮੈਂ ਇੱਕ ਵਾਰ ਮਰ ਗਿਆ ਸੀ, ਇਸ ਲਈ ਮੈਂ ਤਕੜਾ ਬਣਾਂਗਾ। ਕਿਉਂਕਿ ਉਸਨੇ ਪਰਮੇਸ਼ਵਰ ਦੀਆਂ ਹਿਦਾਇਤਾਂ ਦਾ ਪਾਲਨ ਕੀਤਾ, ਇਸ ਲਈ ਨੀਨਵਾ ਦੇ ਲੋਕਾਂ ਨੇ ਪਰਮੇਸ਼ਵਰ ਦੇ ਅੱਗੇ ਵਰਤ ਰੱਖਿਆ ਅਤੇ ਪਰਮੇਸ਼ਵਰ ਨੇ ਆਪਣਾ ਮਨ ਬਦਲ ਲਿਆ ਅਤੇ ਉਹਨਾਂ ਉੱਤੇ ਤਬਾਹੀ ਨਹੀਂ ਲਿਆਏ। ਉਸ ਸਮੇਂ ਨੀਨਵਾ ਵਿੱਚ ਕਿੰਨੇ ਲੋਕ ਰਹਿੰਦੇ ਸੀ? ਆਓ ਅਸੀਂ ਵਚਨ 10 ਵੇਖੀਏ। ਯੋਨਾ ਦੀ ਪੁਸਤਕ ਅਧਿਆਇ 4 ਵਚਨ 10। ਫਿਰ ਯਹੋਵਾ ਨੇ ਆਖਿਆ, ਤੈਨੂੰ ਉਸ ਬੂਟੇ ਉੱਤੇ ਤਰਸ ਆਇਆ ਜਿਹਦੇ ਲਈ ਤੈਂ ਕੁਝ ਮਿਹਨਤ ਨਾ ਕੀਤੀ, ਨਾ ਹੀ ਉਸ ਨੂੰ ਉਗਾਇਆ, ਜਿਹੜਾ ਇੱਕ ਹੀ ਰਾਤ ਵਿੱਚ ਉਗ ਪਿਆ ਅਰ ਇੱਕ ਹੀ ਰਾਤ ਵਿੱਚ ਸੁੱਕ ਗਿਆ। ਕੀ ਇਸ ਵੱਡੇ ਸ਼ਹਿਰ ਨੀਨਵਾ ਉੱਤੇ ਮੈਨੂੰ ਤਰਸ ਨਹੀਂ ਸੀ ਆਉਣਾ ਚਾਹੀਦਾ, ਜਿਹਦੇ ਵਿੱਚ ਉੱਥੇ ਕਿੰਨੇ ਲੋਕ ਸੀ? 1,20,000 ਜਾਣਿਆਂ ਨਾਲੋਂ ਵੀ ਵਧੇਕ ਹਨ, ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸਕਦੇ ਅਤੇ ਡੰਗਰ ਵੀ ਬਹੁਤ ਹਨ।
ਦੂਜੇ ਸ਼ਬਦਾਂ ਵਿੱਚ ਯੋਨਾ ਦੇ ਤਕੜੇ ਕੰਮ ਨੇ 1,20,000 ਲੋਕਾਂ ਨੂੰ ਬਚਾਇਆ। 12만 명을 살리는 결과를 만들어냈던 것입니다. ਕੀ ਇਹ ਸੱਚਮੁੱਚ ਹੈਰਾਨੀਜਨਕ ਨਹੀਂ ਹੈ? 여러분, ਸਾਰੇ ਲੋਕੋ, ਜਦੋਂ ਸਾਡੇ ਵਿੱਚ ਹਿੰਮਤ ਹੋਵੇਗੀ ਤਾਂ ਇਸ ਤਰ੍ਹਾਂ ਦਾ ਨਤੀਜਾ ਹੋਵੇਗਾ। ਇਸ ਲਈ ਪਰਮੇਸ਼ਵਰ ਨੂੰ ਚਿੰਤਾ ਹੋਈ ਕਿ ਯਹੋਸ਼ੂਆ ਆਪਣੀ ਹਿੰਮਤ ਨਾ ਗਵਾ ਦੇਵੇ ਅਤੇ ਉਹਨਾਂ ਨੇ ਕਿਹਾ, ਤਕੜਾ ਹੋ, ਜਿਸ ਜਗ੍ਹਾ ਤੇ ਤੁਸੀਂ ਆਪਣੇ ਪੈਰ ਰੱਖੋਗੇ ਉਹ ਸਭ ਮੈਂ ਤੁਹਾਨੂੰ ਦਿੰਦਾ ਹਾਂ। ਪਰਮੇਸ਼ਵਰ ਨੇ ਯਹੋਸ਼ੂਆ ਨੂੰ ਥੋੜਾ ਜਿਹਾ ਨਹੀਂ ਬਲਕਿ ਬਹੁਤ ਤਕੜਾ ਹੋਣ ਲਈ ਕਿਹਾ। ਬਹੁਤ ਹਿੰਮਤ ਰੱਖੋ। ਇਸ ਤਰ੍ਹਾਂ ਪਰਮੇਸ਼ਵਰ ਨੇ ਯਹੋਸ਼ੂਆ ਰਾਹੀਂ ਕਈ ਵਾਰ ਹਿੰਮਤ ਉੱਤੇ ਜ਼ੋਰ ਦਿੱਤਾ। ਯੋਨਾ ਬਾਰੇ ਸੋਚੋ ਜਿਸ ਨੇ ਆਪਣੀ ਹਿੰਮਤ ਗਵਾ ਦਿੱਤੀ ਸੀ ਅਤੇ ਉਸ ਯੋਨਾ ਬਾਰੇ ਸੋਚੋ ਜਿਸ ਨੇ ਹਿੰਮਤ ਪ੍ਰਾਪਤ ਕੀਤੀ ਅਤੇ ਵਿਸ਼ਵਾਸ ਨਾਲ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕੀਤਾ। ਸਾਰੇ ਲੋਕੋ, ਉਹ ਕਿੰਨੇ ਵੱਖਰੇ ਹਨ। ਉਸ ਨੇ 1,20,099 ਦੇ ਲੋਕਾਂ ਦਾ ਜੋ ਆਪਣੇ ਖੱਬੇ ਸੱਜੇ ਹੱਥਾਂ ਦਾ ਭੇਤ ਨਹੀਂ ਪਹਿਚਾਣਦੇ ਅਗਵਾਈ ਪਰਮੇਸ਼ਵਰ ਦੇ ਸਾਹਮਣੇ ਤੋਬਾ ਵੱਲ ਕੀਤੀ। ਇਹ ਲੋਕਾਂ ਦੇ ਇੱਕ ਸਮੂਹ ਦਾ ਨਹੀਂ ਸਗੋਂ ਇੱਕ ਆਦਮੀ ਦਾ ਕੰਮ ਸੀ। ਇਸ ਤਰ੍ਹਾਂ ਇਹ ਸੱਚਮੁੱਚ ਹੈਰਾਨੀਜਨਕ ਹੈ। ਉਹ ਸਿਰਫ ਇੱਕ ਦਿਨ ਵਿੱਚ 1,20,000 ਲੋਕਾਂ ਨੂੰ ਤੋਬਾ ਵੱਲ ਕਿਵੇਂ ਲਿਜਾ ਸਕਿਆ? ਇਹ ਇਸ ਲਈ ਹੋਇਆ ਕਿਉਂਕਿ ਉਸ ਨੂੰ ਪਰਮੇਸ਼ਵਰ ਤੇ ਪੂਰਾ ਵਿਸ਼ਵਾਸ ਸੀ। ਕਿਉਂਕਿ ਉਸ ਨੇ ਪਰਮੇਸ਼ਵਰ ਤੇ 100% ਵਿਸ਼ਵਾਸ ਕੀਤਾ, ਇਸ ਲਈ ਪਰਮੇਸ਼ਵਰ ਨੇ ਅਜਿਹਾ ਅਦਭੁਤ ਕੰਮ ਹੋਣ ਦਿੱਤਾ ਹੈ ਨਾ। ਯੋਨਾ ਨੇ ਇਹ ਤਬਦੀਲੀ ਨਹੀਂ ਕੀਤੀ। ਇਹ ਕਿਸ ਨੇ ਕੀਤਾ? ਪਰਮੇਸ਼ਵਰ ਨੇ ਯੋਨਾ ਰਾਹੀਂ ਕੰਮ ਚਲਾਇਆ। ਯੋਨਾ ਨੇ ਸਿਰਫ ਸਵਿਚ ਨੂੰ ਦਬਾਉਣ ਦੀ ਭੂਮਿਕਾ ਨਿਭਾਈ। ਯੋਨਾ ਕਦੇ ਵੀ ਆਪ ਰੋਸ਼ਨੀ ਨੂੰ ਚਾਲੂ ਨਹੀਂ ਕਰ ਸਕਦਾ ਸੀ। ਸਾਡੇ ਨਾਲ ਵੀ ਇਹੀ ਹੈ। ਪਰਮੇਸ਼ਵਰ ਕਹਿੰਦੇ ਹਨ, ਬਸ ਵਿਸ਼ਵਾਸ ਨਾਲ ਸਵਿਚ ਨੂੰ ਦਬਾਓ। ਇੱਕ ਵਾਰ ਜਦੋਂ ਅਸੀਂ ਸਵਿਚ ਦਬਾਉਂਦੇ ਹਾਂ ਤਾਂ ਹਨੇਰੇ ਦੀ ਦੁਨੀਆ ਰੋਸ਼ਨੀ ਦੀ ਦੁਨੀਆ ਵਿੱਚ ਬਦਲ ਜਾਂਦੀ ਹੈ। ਇਸ ਕਰਕੇ ਪਰਮੇਸ਼ਵਰ ਨੇ ਸਾਨੂੰ ਕੀ ਸੰਦੇਸ਼ ਦਿੱਤਾ ਹੈ? ਆਓ ਅਸੀਂ ਦੂਸਰਾ ਤਿਮੋਥਿਉਸ ਦੀ ਕਿਤਾਬ ਅਧਿਆਇ 4 ਤੇ ਜਾਈਏ। ਆਓ ਅਸੀਂ ਇਕੱਠੇ ਵਚਨ 1 ਵੇਖੀਏ। ਦੂਸਰਾ ਤਿਮੋਥਿਉਸ ਅਧਿਆਇ 4 ਵਚਨ 1 ਵਿੱਚ ਲਿਖਿਆ ਹੈ, ਮੈਂ ਪਰਮੇਸ਼ਵਰ ਤੇ ਮਸੀਹ ਯੀਸ਼ੂ ਨੂੰ ਜਿਹੜਾ ਜਿਉਂਦਿਆਂ ਅਤੇ ਮੋਇਆਂ ਦਾ ਨਿਆਂ ਕਰੇਗਾ ਗਵਾਹ ਕਰਕੇ ਉਹਦੇ ਪ੍ਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਤੈਨੂੰ ਤਾਕੀਦ ਕਰਦਾ ਹਾਂ। ਭਾਈ, ਸਾਨੂੰ ਕੀ ਕਰਨਾ ਚਾਹੀਦਾ ਹੈ? ਤੂੰ ਬਚਨ ਦਾ ਪ੍ਰਚਾਰ ਕਰ, ਵੇਲੇ ਕੁ ਵੇਲੇ ਉਸ ਵਿੱਚ ਲੱਗਿਆ ਰਹਿ, ਪੂਰੀ ਧੀਰਜ ਅਤੇ ਸਿੱਖਿਆ ਨਾਲ ਝਿੜਕ ਦੇ, ਤਾੜਨਾ ਅਤੇ ਤਾਕੀਦ ਕਰ, ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣੀਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ ਅਤੇ ਸੱਚਾਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੇ ਵੱਲ ਫਿਰਨਗੇ। ਪਰ ਤੂੰ ਸਭਨੀ ਗੱਲੀ ਸਚੇਤ ਰਹੀਂ, ਦੁੱਖ ਝੱਲੀ। ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ? ਪ੍ਰਚਾਰਕ ਦਾ ਕੰਮ ਕਰੀ, ਆਪਣੀ ਸੇਵਕਾਈ ਨੂੰ ਪੂਰਿਆਂ ਕਰੀ। ਵੇਲੇ ਅਤੇ ਕੁਵੇਲੇ ਸਾਡੇ ਕੋਲ ਕਿਸ ਤਰ੍ਹਾਂ ਦਾ ਦਿਲ ਅਤੇ ਵਿਸ਼ਵਾਸ ਹੋਣਾ ਚਾਹੀਦਾ ਹੈ? ਜੇਕਰ ਸਾਡੇ ਕੋਲ ਤਕੜਾ ਵਿਸ਼ਵਾਸ ਹੈ ਤਾਂ ਇੱਕ ਵਿਅਕਤੀ ਇੱਕ ਦਿਨ ਵਿੱਚ 1,20,000 ਤੋਂ ਵੱਧ ਲੋਕਾਂ ਦੀ ਅਗਵਾਈ ਕਰ ਸਕਦਾ ਹੈ। ਬਾਈਬਲ ਦੇ ਇਤਿਹਾਸ ਵਿੱਚ ਇਹ ਇੱਕ ਦਿਨ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਪ੍ਰਚਾਰ ਕਰਨ ਦਾ ਰਿਕਾਰਡ ਹੈ। ਰਸੂਲਾਂ ਦੇ ਕਰਤੱਵ ਅਧਿਆਇ 2 ਦੇ ਅਨੁਸਾਰ ਇੱਕ ਆਦਮੀ ਸੀ ਜਿਸ ਨੇ ਇੱਕ ਦਿਨ ਵਿੱਚ 3,000 ਫਲ ਪੈਦਾ ਕੀਤੇ। ਉਹ ਆਦਮੀ ਪਤਰਸ ਸੀ। ਉਸਨੇ 3,000 ਲੋਕਾਂ ਦੀ ਤੋਬਾ ਵੱਲ ਅਗਵਾਈ ਕੀਤੀ। ਇਸ ਤੋਂ ਇਲਾਵਾ ਪਹਿਲੇ ਚਰਚ ਵਿੱਚ 5,000 ਫਲ ਸੀ। ਖੁਸ਼ਖਬਰੀ ਦੀ ਅੱਗ ਦੇ ਰੂਪ ਵਿੱਚ ਪਹਿਲੇ ਚਰਚ ਦੇ ਸੰਤ ਪਵਿੱਤਰ ਆਤਮਾ ਨਾਲ ਭਰ ਗਏ ਅਤੇ 3,000 ਅਤੇ 5,000 ਲੋਕਾਂ ਦੀ ਅਗਵਾਈ ਕੀਤੀ। ਫਿਰ ਵੀ ਯੋਨਾ ਨੇ ਜੋ ਕੀਤਾ ਉਹ ਬਾਈਬਲ ਵਿੱਚ ਸਭ ਤੋਂ ਵੱਡਾ ਰਿਕਾਰਡ ਹੈ। ਉਸਨੇ 1,20,000 ਲੋਕਾਂ ਨੂੰ ਤੋਬਾ ਕਰਨ ਲਈ ਅਗਵਾਈ ਕੀਤੀ। ਫਿਰ ਸ਼ੁਰੂ ਵਿੱਚ ਯੋਨਾ ਕਿਸ ਤਰ੍ਹਾਂ ਦਾ ਸੀ? ਉਹ ਡਰ ਗਿਆ ਅਤੇ ਭੱਜ ਗਿਆ। ਹਾਲਾਂਕਿ ਆਪਣੀ ਮਾਨਸਿਕਤਾ ਅਤੇ ਆਪਣੇ ਵਿਸ਼ਵਾਸ ਦੀ ਦਿਸ਼ਾ ਬਦਲਣ ਤੋਂ ਬਾਅਦ ਕੀ ਪਰਮੇਸ਼ਵਰ ਨੇ ਉਸ ਨੂੰ 1,20,000 ਲੋਕਾਂ ਦੀ ਤੋਬਾ ਵੱਲ ਅਗਵਾਈ ਕਰਨ ਨਹੀਂ ਦਿੱਤੀ? ਫਿਰ ਬੀਤੇ ਸਮੇਂ ਵਿੱਚ ਹੋਈਆਂ ਚੀਜ਼ਾਂ ਸਾਡੇ ਲਈ ਕੀ ਬਣ ਜਾਂਦੀਆਂ ਹਨ?
ਸਭ ਕੁਝ ਸਾਨੂੰ ਸਿਖਾਉਣ ਲਈ ਲਿਖਿਆ ਗਿਆ ਸੀ। ਇਹ ਇੱਕ ਪਰਛਾਵਾਂ ਹੈ। 그렇다면 ਫਿਰ ਸਾਡੇ ਨਾਲ ਵੀ 이런 일이 ਇਹੋ ਜਿਹੀ 우리에게 ਸਥਿਤੀ ਹੋ ਸਕਦੀ ਹੈ, 일어나지 말라는 법이 있습니까? ਕਿਉਂਕਿ ਬਾਈਬਲ ਵਿੱਚ ਸਭ ਕੁਝ ਪਰਮੇਸ਼ਵਰ ਦੁਆਰਾ ਪੂਰਾ ਕੀਤਾ ਗਿਆ ਹੈ, ਇਸ ਲਈ ਇਹ ਸਾਡੇ ਨਾਲ ਵੀ ਹੋ ਸਕਦਾ ਹੈ। ਅਸੀਂ ਸਾਰੇ ਇਸ ਨੂੰ ਪ੍ਰਾਪਤ ਕਰ ਸਕਦੇ ਹਾਂ। 이루어낼 수 있는 일입니다. ਇਸਰਾਈਲੀਆਂ ਨੂੰ ਕਨਾਨ ਦਾ ਦੇਸ਼ ਦੇਣ ਲਈ ਪਰਮੇਸ਼ਵਰ ਨੇ ਯਹੋਸ਼ੂਆ ਨੂੰ ਕੀ ਕਰਨ ਲਈ ਕਿਹਾ? 여호수아에게 뭘 부탁했죠? ਉਹਨਾਂ ਨੇ 담대하고 ਹਿੰਮਤ 부탁했습니다. ਰੱਖਣ ਲਈ ਕਿਹਾ, 담대하고 ਤਕੜਾ ਹੋ ਜਾ, 두려워하지 ਡਰ ਨਾ, 마. ਕਿਉਂਕਿ ਮੈਂ ਤੇਰੇ ਨਾਲ ਰਹਾਂਗਾ। 놀라지 ਨਿਰਾਸ਼ 마. ਨਾ ਹੋ, 나는 내 ਕਿਉਂਕਿ ਮੈਂ 하나님. ਤੁਹਾਡਾ ਪਰਮੇਸ਼ਵਰ ਹਾਂ। ਮੈਂ ਅੰਤ ਤੱਕ ਤੁਹਾਡੀ ਮਦਦ ਕਰਾਂਗਾ। ਸਾਰੇ ਲੋਕੋ, ਪਰਮੇਸ਼ਵਰ ਹਮੇਸ਼ਾ ਸਾਡੀ ਖੁਸ਼ਖਬਰੀ ਵਿੱਚ ਸਾਡੀ ਮਦਦ ਕਰਦੇ ਹਨ। ਭਾਵੇਂ ਸਾਡੇ ਸਾਹਮਣੇ ਵਾਲਾ ਵਿਅਕਤੀ ਯਰੀਹੋ ਦੇ ਆਦਮੀ ਵਾਂਗ ਸਾਡੇ ਨਾਲੋਂ ਬਹੁਤ ਵੱਡਾ ਹੋਵੇ, ਪਰ ਪਰਮੇਸ਼ਵਰ ਸਾਨੂੰ ਤਕੜਾ ਰਹਿਣ ਲਈ ਕਹਿੰਦੇ ਹਨ। 하나님께서는 담대하라고 말씀하셨습니다. ਬਹੁਤ ਤਕੜਾ ਹੋ, 담대하라. ਮੈਂ ਤੇਰੀ ਮਦਦ 내가 ਕਰਾਂਗਾ। 너를 도울 것이다. 이사야 ਆਓ ਯਸ਼ਾਇਆ 40 ਅਧਿਆਇ 17 41 ਵਚਨ 가르침을 10 ਦੀਆਂ ਸਿੱਖਿਆਵਾਂ ਨੂੰ ਦੇਖੀਏ। ਅਧਿਆਇ 41 ਵਚਨ 10 ਵਿੱਚ ਪਰਮੇਸ਼ਵਰ ਕਹਿੰਦੇ ਹਨ, 두려워마라. ਨਾ ਡਰ, 내가 ਮੈਂ 너와 ਤੇਰੇ 함께 ਅੰਗ 하리라. ਸੰਗ ਜੋ ਹਾਂ। ਨਾ 놀라지 ਕਾਬਰ, 마. ਮੈਂ ਤੇਰਾ ਪਰਮੇਸ਼ਵਰ ਜੋ ਹਾਂ। 내 ਮੈਂ 하나님이 ਤੈਨੂੰ ਜ਼ੋਰ ਬਖਸ਼ਾਂਗਾ। ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ। ਹਾਂ, ਮੈਂ ਤੈਨੂੰ ਆਪਣੇ ਫਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ। 오른손으로 너를 붙들 것이라고 했습니다. ਪਰਮੇਸ਼ਵਰ ਸਾਡੀ ਮਦਦ ਕਰਨਗੇ। 하나님께서 ਪਰਮੇਸ਼ਵਰ ਆਖਦੇ ਹਨ, 두려워하지 ਡਰ 말라고 ਨਾ, 하시고 ਨਿਰਾਸ਼ ਨਾ ਹੋ। 하나님께서 놀라지 말라고 ਪਰਮੇਸ਼ਵਰ ਆਖਦੇ ਹਨ, 내가 내 ਮੈਂ 손을 ਤੇਰਾ 굳게 ਹੱਥ 잡아서 ਮਜ਼ਬੂਤੀ ਨਾਲ ਫੜਾਂਗਾ। 아무리 캄캄한 ਰਾਤ ਨੂੰ 어둠 ਭਾਵੇਂ 앞이라도 ਕਿੰਨਾ ਵੀ 내가 ਹਨੇਰਾ 너와 ਹੋਵੇ, 함께 동행할 것이고 ਮੈਂ ਤੁਹਾਡੇ ਨਾਲ ਚੱਲਾਂਗਾ। 아무리 앞이 보이지 ਭਾਵੇਂ 않는 ਤੁਹਾਡੇ ਸਾਹਮਣੇ 막막한 ਕਿੰਨੀ ਵੀ 상황이 ਨਿਰਾਸ਼ਾਜਨਕ ਸਥਿਤੀ ਕਿਉਂ ਨਾ ਹੋਵੇ, ਮੈਂ 내가 ਤੁਹਾਡੀ 너를 ਮਦਦ 도울 ਕਰਾਂਗਾ। 것이다고 했습니다. 다 ਕਿਉਂਕਿ 도와주신다고 ਪਰਮੇਸ਼ਵਰ ਕਹਿੰਦੇ 했으니까 ਹਨ ਕਿ ਉਹ ਹਮੇਸ਼ਾ ਸਾਡੀ ਮਦਦ ਕਰਨਗੇ। ਇਸ ਲਈ ਸਾਨੂੰ ਡਰ ਨਾਲ ਪਰਤਾਉਣ ਤੇ ਵੀ ਆਪਣੇ ਮਿਸ਼ਨ ਤੋਂ ਨਹੀਂ ਭੱਜਣਾ ਚਾਹੀਦਾ, ਜਿਵੇਂ ਕਿ ਯੂਨਾ ਨੇ ਪਹਿਲਾਂ ਕੀਤਾ ਸੀ। 빠져서는 안 된다는 것이죠. ਸਾਨੂੰ ਅਜਿਹੇ ਪਰਤਾਵੇ ਵਿੱਚ ਨਹੀਂ ਪੈਣਾ 세상을 ਚਾਹੀਦਾ। 구원하는 일에 사단이 ਜਦੋਂ ਅਸੀਂ ਸੰਸਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸ਼ੈਤਾਨ ਸਿਰਫ ਖੜਾ ਨਹੀਂ ਰਹਿੰਦਾ ਹੈ, ਉਹ ਆਸਾਨੀ ਨਾਲ ਰਾਹ ਨਹੀਂ ਖੋਲਦਾ ਹੈ। 하나님께서 그들이 아무것도 ਪਰ 아닌 것 같이 ਪਰਮੇਸ਼ਵਰ ਸ਼ੈਤਾਨ ਨੂੰ ਅੱਗ ਦੀ ਭੱਠੀ ਵਿੱਚ ਤੂੜੀ ਵਾਂਗ ਕੁਝ ਵੀ ਨਹੀਂ ਮੰਨਦਾ ਹੈ। 그렇게 ਪਰਮੇਸ਼ਵਰ ਕਹਿੰਦੇ ਹਨ, ਭਾਵੇਂ ਤੁਸੀਂ ਆਪਣੇ ਦੁਸ਼ਮਣਾਂ ਨੂੰ ਲੱਭੋ, ਪਰ ਤੁਸੀਂ ਉਹਨਾਂ ਨੂੰ ਨਹੀਂ ਲੱਭ ਸਕੋਗੇ। ਕਿ ਪਰਮੇਸ਼ਵਰ ਇਹ ਵਾਅਦਾ ਨਹੀਂ ਕਰਦੇ ਕਿ ਉਹ ਸਾਡੀ ਮਦਦ ਕਰਨਗੇ ਤਾਂ ਜੋ ਇਹ ਸਾਰਾ ਕੰਮ ਪੂਰਾ ਹੋ ਸਕੇ। ਆਓ ਅਸੀਂ ਵਚਨ 13 ਵੇਖੀਏ। ਮੈਂ ਯਹੋਵਾ ਤੇਰਾ ਪਰਮੇਸ਼ਵਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ। ਮੈਂ ਤੈਨੂੰ ਆਖਦਾ ਹਾਂ, ਪਰਮੇਸ਼ਵਰ ਕੀ ਕਹਿੰਦੇ ਹਨ? ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ। ਪਰਮੇਸ਼ਵਰ ਸਾਡੀ ਮਦਦ ਕਰਨਗੇ। ਜੇਕਰ ਅਸੀਂ ਇਹ ਵਿਸ਼ਵਾਸ ਗਵਾ ਦਿੰਦੇ ਹਾਂ ਕਿ ਪਰਮੇਸ਼ਵਰ ਸਾਡੀ ਮਦਦ ਕਰਨਗੇ ਤਾਂ ਸਭ ਕੁਝ ਭਿਆਨਕ ਹੋ ਜਾਵੇਗਾ। ਜੇ ਅਸੀਂ ਵਿਸ਼ਵਾਸ ਗਵਾ ਦਿੰਦੇ ਹਾਂ ਤਾਂ ਦੁਨੀਆ ਸਾਡੇ ਦੁਸ਼ਮਣ ਵਾਂਗ ਦਿਖੇਗੀ। ਜਦੋਂ ਆਰਾਮੀ ਫੌਜ ਨੇ ਸ਼ਹਿਰ ਉੱਤੇ ਹਮਲਾ ਕੀਤਾ ਤਾਂ ਅਲੀਸ਼ਾ ਦੇ ਸੇਵਕ ਨੇ ਸਿਰਫ ਆਪਣੇ ਦੁਸ਼ਮਣਾਂ ਨੂੰ ਦੇਖਿਆ। ਉਹ ਡਰ ਗਿਆ ਕਿਉਂਕਿ ਉਹ ਉਹਨਾਂ ਦੇ ਕਿਸੇ ਵੀ ਸਹਿਯੋਗੀ ਨੂੰ ਨਹੀਂ ਦੇਖ ਸਕਦਾ ਸੀ। ਇਸ ਤਰ੍ਹਾਂ ਉਹ ਨਹੀਂ ਜਾਣਦਾ ਸੀ ਕਿ ਕੀ ਕਰਨਾ ਹੈ। ਉਸ ਸਮੇਂ ਅਲੀਸ਼ਾ ਨੇ ਪਰਮੇਸ਼ਵਰ ਨੂੰ ਪ੍ਰਾਰਥਨਾ ਕੀਤੀ, ਪਰਮੇਸ਼ਵਰ ਕਿਰਪਾ ਕਰਕੇ ਉਸ ਦੀਆਂ ਅੱਖਾਂ ਖੋਲ ਦਿਓ ਅਤੇ ਉਸ ਨੂੰ ਦਿਖਾਓ ਕਿ ਜਿਹੜੇ ਸਾਡੇ ਨਾਲ ਹਨ ਉਹ ਸਾਡੇ ਦੁਸ਼ਮਣਾਂ ਨਾਲੋਂ ਵੱਧ ਹਨ। ਜਦੋਂ ਉਸ ਦੀਆਂ ਆਤਮਿਕ ਅੱਖਾਂ ਖੁੱਲੀਆਂ ਤਾਂ ਉਸਨੇ ਸ਼ਹਿਰ ਦੇ ਆਲੇ ਦੁਆਲੇ ਹੋਰ ਹਜ਼ਾਰਾਂ ਦੂਤਾਂ ਨੂੰ ਦੇਖਿਆ। ਜਦੋਂ ਉਸਨੇ ਦੇਖਿਆ ਕਿ ਉਹਨਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ ਤਾਂ ਉਹ ਆਰਾਮ ਮਹਿਸੂਸ ਕਰਨ ਲੱਗਾ। ਸਾਰੇ ਲੋਕੋ, ਪਰਮੇਸ਼ਵਰ ਕਹਿੰਦੇ ਹਨ, ਮੈਂ ਤੁਹਾਡੀ ਮਦਦ ਕਰਾਂਗਾ। ਕਿ ਸਾਨੂੰ ਪਰਮੇਸ਼ਵਰ ਦੀ ਸਰਬਸ਼ਕਤੀਮਾਨ ਸ਼ਕਤੀ ਉੱਤੇ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ? ਖੁਸ਼ਖਬਰੀ ਨੂੰ ਪੂਰਾ ਕਰਦੇ ਹੋਏ, ਆਪਣੇ ਸਾਰੇ ਡਰ ਨੂੰ ਦੂਰ ਕਰਦੇ ਹੋਏ, ਆਓ ਅਸੀਂ ਲਗਨ ਨਾਲ ਪ੍ਰਚਾਰ ਕਰੀਏ ਜਿਵੇਂ ਪਰਮੇਸ਼ਵਰ ਨੇ ਸਾਨੂੰ ਸਾਮਰੀਆ ਅਤੇ ਧਰਤੀ ਦੇ ਸਿਰੇ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਹੈ। ਮੈਨੂੰ ਆਸ ਹੈ ਕਿ ਅਸੀਂ ਆਪਣੇ ਸਾਰੇ ਗੁਆਚੇ ਹੋਏ ਭੈਣਾਂ ਅਤੇ ਭਰਾਵਾਂ ਨੂੰ ਲੱਭਣ ਲਈ ਪੱਕੇ ਇਰਾਦੇ ਨਾਲ ਖੁਸ਼ਖਬਰੀ ਦਾ ਕੰਮ ਕਰਨ ਦੇ ਯੋਗ ਹੋਵਾਂਗੇ। ਆਓ ਅਸੀਂ ਵਚਨ 14 ਨਾਲ ਜਾਰੀ ਰੱਖੀਏ। ਵਚਨ 14, ਪਰਮੇਸ਼ਵਰ ਕੀ ਕਹਿੰਦੇ ਹਨ? ਨਾ ਡਰ ਹੈ ਯਾਕੂਬ ਕੀੜੇ, ਹੈ ਇਜ਼ਰਾਈਲ ਦੀ ਜਦ, ਮੈਂ ਤੇਰੀ ਸਹਾਇਤਾ ਕਰਾਂਗਾ। ਯਹੋਵਾ ਦਾ ਵਾਕ ਹੈ, ਤੇਰਾ ਛੁਟਕਾਰਾ ਦੇਣ ਵਾਲਾ, ਇਜ਼ਰਾਈਲ ਦਾ ਪਵਿੱਤਰ ਪੁਰਖ ਹਾਂ। ਆਓ ਅਸੀਂ ਵਚਨ 15 ਵੇਖੀਏ।
보라 내가 ਵੇਖ 너로 ਮੈਂ ਤੈਨੂੰ ਇੱਕ 네가 ਨਵੇਂ ਤਿੱਖੇ 날카로운 ਗਾਹ ਪਾਉਣ ਵਾਲੇ 쇠 ਫਲੇ ਜਿਹਾ 기계를 삼으리니 ਜਿਹਦੇ ਦੰਦ ਵੀ ਹਨ ਠਹਿਰਾਵਾਂਗਾ। ਤੂੰ 산들을 ਪਹਾੜਾਂ 쳐서 ਨੂੰ ਗਾਹੇਂਗਾ 부스러기를 만들 것이며 ਔਰ 작은 ਉਹਨਾਂ ਨੂੰ 산들은 ਮਹਾਨ ਕਰੇਗਾ 그같이 할 것이다. ਅਤੇ ਤੂੰ ਟਿੱਬਿਆਂ ਨੂੰ 너가 ਭੋਂ ਵਾਂਗ 그들을 ਬਣਾਏਗਾ। 삼은즉 바람이 ਤੂੰ 그것을 ਉਹਨਾਂ ਨੂੰ 날리겠고 ਛੱਟੇਗਾ 회리 ਅਤੇ 바람이 ਹਵਾ 그것을 ਉਹਨਾਂ ਨੂੰ 흩어버릴 ਉਡਾ ਲੈ 것이다. ਜਾਵੇਗੀ ਅਤੇ 너는 ਤੂਫਾਨ 여호와를 ਉਹਨਾਂ ਨੂੰ 위하여 ਖਿਲਾਰ ਦੇਵੇਗਾ। 어떻게 된다고 ਪਰ ਤੂੰ 했습니까? ਤੂੰ ਕੀ ਕਰੇਗਾ? 즐거워하겠고 ਯਹੋਵਾ ਵਿੱਚ ਖੁਸ਼ 이스라엘의 ਹੋਵੇਂਗਾ 거룩한 자를 ਅਤੇ 위하여 ਇਜ਼ਰਾਈਲ ਦੇ ਪਵਿੱਤਰ ਪੁਰਖ 자랑하리라 ਉੱਤੇ 했습니다. ਫਖਰ ਕਰੇਗਾ। 이거 다 ਸਾਡੇ 하나님의 ਪਰਮੇਸ਼ਵਰ ਨੇ 도우심이다. ਇਸ ਵਿੱਚ 우리 ਸਾਡੀ 하나님 ਮਦਦ 신보다 ਕੀਤੀ। 제일이다. ਸਾਡਾ ਪਰਮੇਸ਼ਵਰ ਸਭ ਤੋਂ ਵਧੀਆ ਹੈ। 여러분 우리 ਸਾਰੇ 선지자들은 ਲੋਕੋ 항상 ਨਬੀਆਂ ਦੀ ਹਮੇਸ਼ਾ ਇਹ ਮਾਨਸਿਕਤਾ ਹੋਣੀ ਚਾਹੀਦੀ ਹੈ। ਡਰ ਤੋਂ ਛੁਟਕਾਰਾ ਪਾਉਣ ਦੁਆਰਾ ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਕਨਾਨ ਦਿੱਤਾ ਅਤੇ ਡਰ ਨੂੰ ਦੂਰ ਕਰਕੇ ਉਹਨਾਂ ਨੇ ਯੂਨਾ ਨੂੰ 1,20,000 ਨਿਨਵੇ ਦੇ ਲੋਕਾਂ ਨੂੰ ਬਚਾਉਣ ਦੀ ਇਜਾਜ਼ਤ ਦਿੱਤੀ। ਜੇਕਰ ਇੱਕ ਵਿਅਕਤੀ 1,20,000 ਲੋਕਾਂ ਨੂੰ ਪ੍ਰਚਾਰ ਕਰੇ ਤਾਂ 8 ਅਰਬ ਲੋਕਾਂ ਨੂੰ ਪ੍ਰਚਾਰ ਕਰਨ ਲਈ ਸਾਨੂੰ ਕਿੰਨੇ ਨਬੀਆਂ ਦੀ ਲੋੜ ਹੋਵੇਗੀ? ਜੇਕਰ ਅਸੀਂ ਗਿਣਤੀ ਦੀ ਗਣਨਾ ਕਰੀਏ ਤਾਂ ਪਰਮੇਸ਼ਵਰ ਨੇ ਪਹਿਲਾਂ ਹੀ ਕਾਫੀ ਨਬੀ ਤਿਆਰ ਕੀਤੇ ਹਨ। ਪਰਮੇਸ਼ਵਰ ਸਾਡੇ ਸਾਰਿਆਂ ਦੀ ਭਾਗੀਦਾਰੀ ਬਿਨਾਂ ਵੀ ਕੰਮ ਨੂੰ ਪੂਰਾ ਕਰ ਸਕਦੇ ਹਨ। ਇਸ ਲਈ ਪਰਮੇਸ਼ਵਰ ਸਾਨੂੰ ਕਹਿੰਦੇ ਹਨ, ਨਾ ਡਰੋ, ਸਗੋਂ ਯਤਨ ਨਾਲ ਇਸ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਿੱਥੇ ਕਿਤੇ ਵੀ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕੀਤਾ ਜਾਂਦਾ ਹੈ, ਹਨੇਰੇ ਦੀ ਦੁਨੀਆ ਚਾਨਣ ਦੀ ਦੁਨੀਆ ਵਿੱਚ ਬਦਲ ਜਾਂਦੀ ਹੈ। ਤੁਹਾਨੂੰ ਇਸ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਪਰਮੇਸ਼ਵਰ ਦੀ ਆਸ਼ੀਸ਼ ਦੇ ਅਧੀਨ ਮੈਨੂੰ ਆਸ ਹੈ ਕਿ ਅਸੀਂ ਅਜਿਹੇ ਨਬੀ ਬਣਾਂਗੇ ਜੋ ਉਸ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਨ ਜੋ ਸੰਸਾਰ ਨੂੰ ਹੈਰਾਨ ਕਰ ਦੇਵੇਗਾ। ਸਾਨੂੰ ਯੂਨਾ ਵਾਂਗ ਹੋਣਾ ਚਾਹੀਦਾ ਹੈ, ਪਰ ਕਿਸ ਤਰ੍ਹਾਂ ਦਾ ਯੂਨਾ? ਸਾਨੂੰ ਉਸ ਯੂਨਾ ਵਰਗੇ ਨਹੀਂ ਹੋਣਾ ਚਾਹੀਦਾ ਜੋ ਭੱਜ ਗਿਆ ਸੀ, ਪਰ ਉਸ ਯੂਨਾ ਵਾਂਗ ਹੋਣਾ ਚਾਹੀਦਾ ਹੈ ਜਿਸ ਨੇ ਦਲੇਰੀ ਨਾਲ ਪ੍ਰਚਾਰ ਕੀਤਾ ਸੀ। ਕਿਉਂਕਿ ਅਸੀਂ ਯਹੋਸ਼ੂਆ ਦੇ ਮਿਸ਼ਨ ਨੂੰ ਪ੍ਰਾਪਤ ਕੀਤਾ ਹੈ, ਇਸ ਲਈ ਸਾਨੂੰ ਆਤਮਿਕ ਕਨਾਨ ਨੂੰ ਮਿਰਾਸ ਵਿੱਚ ਪਾਉਣਾ ਚਾਹੀਦਾ ਹੈ। ਪਰਮੇਸ਼ਵਰ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਸਾਨੂੰ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਹਿੰਮਤ ਦੀ ਲੋੜ ਹੈ। ਆਓ ਅਸੀਂ ਹਿੰਮਤ ਨਾ ਹਾਰੀਏ। ਪਰਮੇਸ਼ਵਰ ਨੇ ਸਾਡੇ ਨਾਲ ਵਾਅਦਾ ਕੀਤਾ, ਮੈਂ ਤੇਰੀ ਮਦਦ ਕਰਾਂਗਾ। ਇਸ ਲਈ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅਸੀਂ ਇਸ ਵਾਅਦੇ ਨੂੰ ਕਦੇ ਨਹੀਂ ਭੁੱਲਾਂਗੇ, ਤਾਂ ਜੋ ਅਸੀਂ ਸੰਸਾਰ ਨੂੰ ਬਚਾ ਸਕੀਏ ਅਤੇ ਉਹਨਾਂ ਨੂੰ ਸਵਰਗੀ ਪਿਤਾ ਤੇ ਮਾਤਾ ਕੋਲ ਲੈ ਜਾ ਸਕੀਏ। ਇਹ ਆਸ ਕਰਦੇ ਹੋਏ ਕਿ ਇਹ ਸਾਲ ਬਹੁਤ ਵਧੀਆ ਹੋਵੇਗਾ, ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।